ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨ ਤੇ ਅਸੀਂ ਹਾਂ The ਦਾ ਹੈਪੀਐਸਟ happiest ਕਪਲ। couple। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਜਿੰਨਾ ਜ਼ਿਆਦਾ ਤੁਸੀਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ, ਸਾਨੂੰ ਓਨੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਆਪਾਂ ਹੋਰ ਬੈਟਰ ਤੇ ਵਧੀਆ ਵੀਡੀਓਜ਼ ਬਣਾਈਏ। ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਪਰੋਂ ਦੇਖ ਹੀ ਲਿਆ ਹੋਣਾ ਕਿ ਆਪਾਂ ਅੱਜ ਤੁਹਾਨੂੰ ਸਾਰੀ ਡਿਟੇਲ ਦੇਣ ਲੱਗੇ ਹਾਂ ਕਿ ਸ਼ੈਂਗਨ ਵੀਜ਼ਾ ਕਿਵੇਂ ਅਪਲਾਈ ਕੀਤਾ ਜਾਂਦਾ ਹੈ, ਕਿਵੇਂ ਗ੍ਰੈਬ ਕੀਤਾ ਜਾਂਦਾ ਹੈ, ਕਿਵੇਂ ਆਰਾਮ ਨਾਲ ਤੁਹਾਨੂੰ ਮਿਲ ਜਾਂਦਾ ਹੈ, ਤੁਹਾਨੂੰ ਕੀ ਕੀ ਡਾਕੂਮੈਂਟਸ ਚਾਹੀਦੇ ਨੇ ਉਹਦੇ ਲਈ, ਕੀ ਕੀ ਤੁਹਾਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ, ਕਿੰਨਾ ਖਰਚਾ ਆ ਜਾਂਦਾ ਹੈ, ਸਾਰੀ ਡਿਟੇਲ ਤੁਹਾਨੂੰ ਦਵਾਂਗੇ ਇਹਦੇ ਵਿੱਚ। ਸਹੀ ਹੈ? ਖੁਸ਼ ਹੋ? ਪਹਿਲਾਂ ਤਾਂ ਤੁਸੀਂ ਖੁਸ਼ ਹੋ, ਤੁਹਾਡਾ ਵੀਜ਼ਾ ਲੱਗ ਗਿਆ। ਬਹੁਤ ਜ਼ਿਆਦਾ। ਸ਼ੈਂਗਨ ਵਿੱਚ ਜਿਹੜਾ ਕਲਚਰ ਹੈਗਾ ਨਾ ਦੇਖਣ ਦਾ, ਉਹ ਬਹੁਤ ਸੋਹਣਾ ਹੈ। ਜੋ ਆਪਾਂ ਕਹਿ ਸਕਦੇ ਹਾਂ ਪੁਰਾਣਾ ਕਲਚਰ ਵੀ ਹੈ, ਮਾਡਰਨ ਤੇ ਪੁਰਾਣਾ ਹੈਰੀਟੇਜ ਸਿਸਟਮ ਜਿਹਾ ਦੋਨੋਂ ਬਹੁਤ ਸੋਹਣੇ ਨੇ। ਔਰ ਮੈਂ ਨਾ ਮੇਰਾ ਬਚਪਨ ਤੋਂ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਉਹ ਆਈਫਲ ਟਾਵਰ ਲੰਬਾ ਜਿਹਾ ਹੈ ਨਾ, ਉਹ ਦੇਖਣ ਦਾ ਬੜਾ ਕਰੇਜ਼ ਹੈ, ਬੜੀ ਮੂਵੀਜ਼ ਵਿੱਚ ਦੇਖਿਆ ਨਾ। ਤੇ ਉੱਥੇ ਜਾ ਕੇ ਬਸ ਇੱਕ ਫੋਟੋ ਖਿਚਾਣੀ ਹੈ, ਜਿਹੜਾ ਇੱਕ ਚਾਅ ਹੈ ਆਈਫਲ ਟਾਵਰ ਦੇ ਬਾਹਰ ਖੜ ਕੇ, ਨੀਚੇ ਖੜ ਕੇ ਫੋਟੋ ਖਿਚਾ ਰਿਹਾ, ਉਹ ਇੱਕ ਮੇਨ ਚੀਜ਼ ਹੈ ਜਿਹੜੀ ਹੈ ਨਾ। ਤੇ ਹੁਣ ਮੈਂ ਤੁਹਾਨੂੰ ਆਪਾਂ ਕੰਮ ਦੀ ਗੱਲ ਕਰੀਏ ਤੇ ਦੇਖੋ ਦੋਸਤੋ, ਵੀ ਕੋਈ ਵੀ ਵੀਜ਼ਾ ਲੈਣਾ ਨਾ, ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਹੈ, ਵੀਜ਼ਾ ਜਿਹੜੀ ਅੰਬੈਸੀਜ਼ ਹੈ ਜਾਂ ਵੀਜ਼ਾ ਆਫੀਸਰਸ ਨੇ, ਉਹ ਤੁਹਾਨੂੰ ਆਰਾਮ ਨਾਲ ਵੀਜ਼ਾ ਦੇ ਦਿੰਦੇ ਆ। ਲੇਕਿਨ ਉਹਦੇ ਲਈ ਕੀ ਉਹਨਾਂ ਦੀ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਵੀ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਨੇ, ਜਿਹੜੀਆਂ ਲੋੜਾਂ ਨੇ, ਉਹ ਪੂਰੀਆਂ ਕਰੋ। ਕਿਉਂਕਿ ਦੇਖੋ, ਜੇ ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਅੰਬੈਸੀ ਖੋਲ੍ਹੀ ਹੈ, ਅੰਬੈਸੀ ਬਣਾਈ ਹੈ, ਉਹ ਤਾਂ ਹੀ ਬਣਾਈ ਹੈ ਨਾ ਵੀ ਸਾਨੂੰ ਵੀਜ਼ਾ ਦੇਣ ਵਾਸਤੇ। ਵੀਜ਼ਾ ਜਿਹੜਾ ਡਿਪੈਂਡ ਕਰਦਾ ਹੈ, ਉਹ ਕਰਦਾ ਹੈ ਜੀ ਆਪਣੀ ਪ੍ਰੋਫਾਈਲ ਦੇ ਉੱਪਰ। ਪ੍ਰੋਫਾਈਲ ਦੇ ਉੱਪਰ ਕੀ ਕੰਮ ਕਰਦਾ ਹੈ, ਮੰਨ ਲਓ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਹਾਂ। ਜਦੋਂ ਕੋਈ ਵੀ ਬੰਦਾ ਬੈਂਕ ਤੋਂ ਲੋਨ ਲੈਣ ਜਾਂਦਾ ਹੈ, ਇੰਡੀਆ ਦੀ ਗੱਲ ਕਰਦਾ, ਇੰਡੀਆ ਦੇ ਵਿੱਚ ਕੋਈ ਬੈਂਕ ਤੋਂ ਲੋਨ ਲੈਣ ਜਾਂਦਾ ਤਾਂ ਬੈਂਕ ਵਾਲੇ ਵੀ ਤਾਂ ਕਿੰਨਾ ਕੁਝ ਦੇਖਦੇ ਨੇ, ਤੁਹਾਡਾ ਸਿਬਿਲ ਸਕੋਰ, ਤੁਹਾਡੇ ਕੋਲ ਪੈਸੇ ਹੈਗੇ ਨੇ ਕਿ ਨਹੀਂ ਹੈਗੇ, ਵੀ ਤੁਸੀਂ ਇਨਕਮ ਕੀ ਹੈ ਤੁਹਾਡੀ ITR ਚੈੱਕ ਕਰਨੀ ਹੈ ਨਾ। ਬੈਂਕ ਵੀ ਚੈੱਕ ਕਰਦਾ ਹੈ ਤੇ ਉਹਦੇ ਆਧਾਰ ਦੇ ਉੱਪਰ ਬੈਂਕ ਤੁਹਾਨੂੰ ਕਹਿੰਦਾ ਵੀ ਮੈਂ ਲੋਨ ਦੇਣਾ ਹੈ ਕਿ ਨਹੀਂ ਦੇਣਾ। ਜੇ ਦੇਖੋ ਆਪਣਾ ਇੰਡੀਆ ਦਾ ਬੈਂਕ ਇੰਨੀ ਸਖਤੀ ਵਰਤ ਸਕਦੇ ਨੇ, ਓਬਵੀਅਸਲੀ ਅੰਬੈਸੀਆਂ ਵੀ ਵਰਤਣਗੀਆਂ। ਠੀਕ ਹੈ, ਉਹਨਾਂ ਦਾ ਆਪਾਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਨੂੰ ਸਾਡਾ ਵੀਜ਼ਾ ਲੱਗ ਜੇ, ਕਿਉਂਕਿ ਇਹ ਸਾਡੀਆਂ ਭਾਵਨਾਵਾਂ ਨੇ ਹਨਾ, ਆਪਣੀ ਭਾਵਨਾਵਾਂ, ਸਾਨੂੰ ਚਾਅ ਹੈ, ਸਾਨੂੰ ਸ਼ੌਂਕ ਹੈ ਘੁੰਮਣ ਦਾ, ਤਾਂ ਆਪਾਂ ਅਰਦਾਸਾਂ ਵੀ ਕਰਦੇ ਹਾਂ। ਤੇ ਉਸ ਪਰਮਾਤਮਾ ਦੀ ਕਿਰਪਾ ਵੀ ਆਪਣੇ ਉੱਪਰ ਉਦੋਂ ਹੀ ਹੁੰਦੀ ਹੈ ਜੇ ਆਪਾਂ ਖੁਦ ਮਿਹਨਤ ਕਰਦੇ ਹਾਂ। ਜੇ ਆਪਾਂ ਇਕੱਲੀ ਮਿਹਨਤ ਨਾ ਕਰੀਏ ਨਾ, ਇਕੱਲੀ ਬਸ ਰੱਬ ਦੇ ਆਸਰੇ ਛੱਡ ਦਈਏ, ਉਦੋਂ ਵੀ ਕੰਮ ਪੂਰੇ ਨਹੀਂ ਹੁੰਦੇ। ਹੁਣ ਦੇਖੋ ਜੀ, ਜੇ ਆਪਾਂ ਸ਼ੈਂਗਨ ਵੀਜ਼ਾ ਲੈਣਾ ਹੈ, ਸ਼ੈਂਗਨ ਵੀਜ਼ਾ ਪਹਿਲੀ ਗੱਲ ਤਾਂ ਇਹ ਹੁੰਦਾ ਹੈ ਕਿ ਸਾਰੀਆਂ ਜਿਹੜੀਆਂ 26 ਕੰਟਰੀਆਂ ਨੇ ਜਾਂ 25-26 ਇੰਨੀਆਂ ਕਿ ਹੈਗੀਆਂ ਮੇਰੇ ਖਿਆਲ 'ਚ, ਸਾਰੀਆਂ ਕੰਟਰੀਆਂ ਦਾ ਇੱਕ ਵੀਜ਼ਾ ਬਣ ਜਾਂਦਾ ਹੈ ਵੀ ਤੁਸੀਂ ਕਿਸੇ ਵੀ ਸ਼ੈਂਗਨ ਕੰਟਰੀ 'ਚ ਜਾ ਸਕਦੇ ਹੋ। ਸ਼ੈਂਗਨ ਕੰਟਰੀ ਵਿੱਚ ਜਿਵੇਂ ਅੱਜ ਜਰਮਨ, ਫਰਾਂਸ, ਇਟਲੀ, ਸਪੇਨ, ਨਾਰਵੇ, ਡੈਨਮਾਰਕ, ਬਹੁਤ ਕੰਟਰੀਆਂ ਨੇ, ਫਿਨਲੈਂਡ, ਪੋਲੈਂਡ ਹੈ ਨਾ, ਇਟਲੀ ਹੋ ਗਏ, ਇਹ ਸਾਰੀਆਂ ਸ਼ੈਂਗਨ ਕੰਟਰੀਆਂ ਨੇ। ਠੀਕ ਹੈ, ਮੈਨੂੰ ਜਿਹੜਾ ਵੀਜ਼ਾ ਮਿਲਿਆ ਉਹ ਫਰਾਂਸ ਅੰਬੈਸੀ ਤੋਂ ਮਿਲਿਆ। ਫਰਾਂਸ ਅੰਬੈਸੀ ਨੇ ਮੈਨੂੰ ਸ਼ੈਂਗਨ ਵੀਜ਼ਾ ਦਿੱਤਾ ਹੈ। ਹੁਣ ਸ਼ੈਂਗਨ ਵੀਜ਼ਾ ਆਪਾਂ ਕਿਸੇ ਵੀ ਕੰਟਰੀ ਤੋਂ ਅਪਲਾਈ ਕਰ ਸਕਦੇ ਹਾਂ, ਜਰਮਨੀ ਤੋਂ, ਫਰਾਂਸ ਤੋਂ, ਇਟਲੀ ਤੋਂ, ਸਪੇਨ ਤੋਂ, ਉਹ ਸ਼ੈਂਗਨ ਵੀਜ਼ਾ ਹੀ ਹੋਏਗਾ, ਕਿਉਂਕਿ ਇਹਨਾਂ ਦਾ ਕੰਟਰੈਕਟ ਹੁੰਦਾ ਹੈ ਕਿ ਸ਼ੈਂਗਨ ਟ੍ਰੀਟੀ, ਉਹਨਾਂ ਨੂੰ ਜੋ ਵੀ ਸ਼ੈਂਗਨ ਐਗਰੀਮੈਂਟ ਹੈਗਾ ਵੀ ਕਿਸੇ ਵੀ ਕੰਟਰੀ ਤੋਂ ਤੁਸੀਂ ਅਪਲਾਈ ਕਰ ਲਓ, ਤੁਹਾਨੂੰ ਸ਼ੈਂਗਨ ਹੀ ਮਿਲੇਗਾ। ਮੈਂ ਫਰਾਂਸ ਕਿਉਂ ਚੂਜ਼ ਕੀਤਾ? ਸਭ ਤੋਂ ਪਹਿਲਾਂ ਮੈਂ ਇਟਲੀ ਜਾਂ ਸਪੇਨ ਜਾਂ ਜਰਮਨੀ ਕਿਉਂ ਨਹੀਂ ਚੂਜ਼ ਕੀਤਾ? ਪਹਿਲੀ ਗੱਲ ਤਾਂ ਇਹ, ਅੱਜ ਕੱਲ੍ਹ ਫਰਾਂਸ ਦੇ ਵੀਜ਼ੇ ਬਹੁਤ ਜ਼ਿਆਦਾ ਆ ਰਹੇ ਸੀ, ਕਿਉਂਕਿ ਆਪਾਂ ਇਹ ਚੈੱਕ ਕਰ ਲਈਦਾ ਹੁੰਦਾ ਹੈ ਨਾ ਜਦੋਂ ਵੀ ਵੀਜ਼ਾ ਅਪਲਾਈ ਕਰਨਾ, ਵੀ ਕਿਹੜੀ ਕੰਟਰੀ ਦੇ ਵੀਜ਼ੇ ਜ਼ਿਆਦਾ ਆ ਰਹੇ ਨੇ, ਵੀ ਉੱਥੇ ਕਿਹੜਾ ਟੂਰਿਸਟ ਸੀਜ਼ਨ ਚੱਲ ਰਿਹਾ ਹੈ। ਜਿਹੜੀ ਕੰਟਰੀ 'ਚ ਜ਼ਿਆਦਾ ਟੂਰਿਸਟ ਸੀਜ਼ਨ ਚੱਲ ਰਿਹਾ ਹੁੰਦਾ ਹੈ, ਫਿਰ ਉਹ ਕੰਟਰੀ ਜ਼ਿਆਦਾ ਵੀਜ਼ੇ ਗ੍ਰਾਂਟ ਕਰਨ ਲੱਗ ਜਾਂਦੀ ਹੈ। ਫਰਾਂਸ ਦਾ ਮੈਂ ਚੈੱਕ ਕੀਤਾ ਸੀ ਵੀ ਅੱਛੇ ਖਾਸੇ ਲੋਕ ਉੱਥੇ, ਮਤਲਬ ਅੱਜ ਸੀਜ਼ਨ ਹੈ, ਹੁਣ ਟੂਰਿਸਟ ਸੀਜ਼ਨ ਹੈ, ਲੋਕ ਘੁੰਮਣ ਜਾ ਰਹੇ ਹੈ, ਸਮਰ ਵਕੇਸ਼ਨਸ ਹੋਈਆਂ ਨੇ ਉੱਥੇ ਦੂਰੋਂ ਆਉਂਦੇ ਨੇ। ਫਰਾਂਸ ਇਸ ਕਰਕੇ ਵੀਜ਼ੇ ਬਹੁਤ ਦੇ ਰਿਹਾ ਸੀ, ਆਪਾਂ ਫਿਰ ਫਰਾਂਸ ਦਾ ਸੋਚ ਲਿਆ ਅਪਲਾਈ ਕਰ ਲਈਏ। ਠੀਕ ਹੈ, ਉਹਦੇ ਲਈ ਹੁਣ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਦੀਆਂ ਸ਼ਰਤਾਂ ਹੁੰਦੀਆਂ ਨੇ। ਪਹਿਲਾਂ ਤਾਂ ਆਪਾਂ ਨੂੰ ਅਪਾਇੰਟਮੈਂਟ ਲੈਣੀ ਪੈਂਦੀ ਹੈ VFS ਦੀ, ਜਿਹਦੇ ਵਿੱਚ ਆਪਾਂ ਫਾਈਲ ਸਬਮਿਟ ਕਰਨੀ ਹੁੰਦੀ ਹੈ। ਠੀਕ ਹੈ, ਅਪਾਇੰਟਮੈਂਟ ਸਾਨੂੰ ਮਹੀਨੇ ਦੀ ਮਿਲੀ ਸੀ, 1 ਮਹੀਨੇ ਬਾਅਦ ਦੀ, ਵੀ 1 ਮਹੀਨੇ ਦਾ ਸਾਨੂੰ ਟਾਈਮ ਮਿਲ ਗਿਆ ਸੀ। ਉਸ 1 ਮਹੀਨੇ ਦੇ ਦੌਰਾਨ ਅਸੀਂ ਆਪਣੇ ਡਾਕੂਮੈਂਟ ਇਕੱਠੇ ਕਰ ਲਏ ਜਿਹੜੇ ਸਾਡੇ ਹੈਗੇ ਸੀ। ਇੱਥੇ ਸਭ ਤੋਂ ਇੰਪੋਰਟੈਂਟ ਪਾਰਟ ਇਹ ਆਉਂਦਾ ਹੈ, ਕਈ ਵਾਰ ਕਿਸੇ ਨੂੰ ਕੋਈ ਏਜੰਟ ਕਹਿ ਦਿੰਦੇ ਆ ਵੀ ਤੁਸੀਂ ਇਹ ਡਾਕੂਮੈਂਟ ਬਣਵਾ ਲਓ, ਇਹ ਐਕਸਪੀਰੀਅੰਸ ਬਣਵਾ ਲਓ। ਇਹ ਸ਼ਬਦ ਗਲਤ ਹੈ। ਕਦੇ ਵੀ ਵੀਰੇ ਫੇਕ ਡਾਕੂਮੈਂਟ ਨਾ ਬਣਾਓ। ਤੁਹਾਡੇ ਕੋਲ ਇੱਕ ਅੱਧਾ ਡਾਕੂਮੈਂਟ ਘੱਟ ਹੋਏਗਾ, ਉਹ ਚੱਲ ਜੂਗਾ, ਲੇਕਿਨ ਫੇਕ ਡਾਕੂਮੈਂਟ ਹੋਏਗਾ, ਹੋ ਸਕਦਾ ਤੁਹਾਡੇ ਉੱਪਰ ਸਦਾ ਵਾਸਤੇ ਬੈਨ ਵੀ ਲੱਗ ਸਕਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ। ਫੇਕ ਡਾਕੂਮੈਂਟ ਕਦੇ ਨਾ ਦਿਓ, ਜੋ ਤੁਹਾਡੇ ਕੋਲ ਹੈਗਾ ਓਰੀਜਨਲ ਉਹੀ ਦਿਓ। ਠੀਕ ਹੈ, ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਜੀ ਤੁਹਾਡਾ ਵਰਕ, ਤੁਸੀਂ ਕੀ ਕੰਮ ਕਰਦੇ ਹੋ।
ਹੁਣ ਸਾਡੇ ਕੇਸ ਵਿੱਚ ਇਹ ਹੈ ਕਿ ਮੇਰੀ ਇੱਕ ਕੰਪਨੀ ਹੈ ਜਿਉਣਾ ਮਿਊਜ਼ਿਕ, ਸੈਲਫ ਏਮਪਲੋਇਡ ਆ, ਮੈਂ ਆਪ ਦਾ ਬਿਜ਼ਨਸ ਕਰਦਾ ਜਿਹਦੇ ਵਿੱਚ ਮੈਂ ਮਿਊਜ਼ਿਕ ਪ੍ਰੋਡਿਊਸ ਕਰਦਾ, ਮਿਊਜ਼ਿਕ ਬਣਾਉਣਾ, ਸਰਵਿਸ ਪ੍ਰੋਵਾਈਡ ਕਰਦਾ, ਤੇ ਮੈਨੂੰ ਉਹਦੀ ਪੇਮੈਂਟਸ ਆਉਂਦੀਆਂ ਨੇ। ਦੂਸਰੇ ਨੰਬਰ ਦੇ ਉੱਪਰ ਮੇਰੇ ਜਿਹੜੇ ਸਟੂਡੈਂਟਸ ਨੇ, ਸਕੂਲ ਦੇ ਵਿੱਚ ਆਪਣੇ ਸਟੂਡੈਂਟਸ ਪੜ੍ਹਦੇ ਨੇ, ਉਹਨਾਂ ਦੀ ਫੀਸਾਂ ਆਉਂਦੀਆਂ ਨੇ। ਇਹ ਮੇਰਾ ਪ੍ਰੋਫਾਈਲ ਹੈ ਵੀ ਮੇਰਾ ਬਿਜ਼ਨਸ ਹੈ। ਮੈਂ ਆਪਣੇ ਬਿਜ਼ਨਸ ਤੋਂ ਸੈਲਰੀਆਂ ਵੀ ਪੇ ਕਰਦਾ ਆਪਣੇ ਟੀਚਰਸ ਨੂੰ। ਕਿਰਨ ਵੀ ਆਪਣੀ ਉਸੇ ਹੀ ਕੰਪਨੀ ਦੇ ਵਿੱਚ ਐਜ਼ ਅ ਜੋਬ ਕਰਦੇ ਨੇ, ਜਿਹੜੀ ਮੈਂ ਇਹਨਾਂ ਨੂੰ ਵੀ ਸੈਲਰੀ ਪੇ ਕਰਦਾ। ਇਹ ਬਕਾਇਦਾ ਵਰਕ ਕਰਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਵੈਸੇ ਹੀ ਸੈਲਰੀ ਪੇ ਕਰਦਾ, ਇਹ ਸਾਰਾ ਐਡਮਿਨਿਸਟ੍ਰੇਸ਼ਨ ਦਾ ਵਰਕ ਦੇਖਦੇ ਨੇ, ਠੀਕ ਹੈ। ਇਹਨਾਂ ਨੂੰ ਉਹਨਾਂ ਦੀ ਆਪਣੀ ਸੈਲਰੀ ਮਿਲਦੀ ਹੈ ਉਹਦੇ ਵਿੱਚੋਂ। ਹੁਣ ਅਸੀਂ ਹੁਣ ਦੋਨੋਂ ਵਰਕਿੰਗ ਹੋ ਗਏ, ਇਹ ਸੈਲਰੀਡ ਨੇ ਤੇ ਮੇਰਾ ਬਿਜ਼ਨਸ ਹੋ ਗਿਆ। ਕਲੀਅਰ ਇੱਥੋਂ ਤੱਕ। ਤੁਹਾਡੇ ਕੋਲ ਜੇ ਤੁਸੀਂ ਸੈਲਰੀ ਤੇ ਜੌਬ ਕਰਦੇ ਹੋ ਕਿਤੇ ਸੈਲਰੀ ਦੇ ਉੱਪਰ, ਹੈ ਨਾ, ਤੁਹਾਡੇ ਕੋਲ ਉਹਦੀਆਂ 6 ਮਹੀਨੇ ਪੁਰਾਣੀਆਂ ਸੈਲਰੀ ਸਲਿੱਪਾਂ ਜਾਂ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ। ਐਟਲੀਸਟ 6 ਮੰਥ ਪੁਰਾਣੀ ਤੁਹਾਡੇ ਅਕਾਊਂਟ ਦੇ ਵਿੱਚ ਸੈਲਰੀ ਆ ਰਹੀ ਹੋਣੀ ਚਾਹੀਦੀ ਹੈ। ਕੈਸ਼ ਆਪਾਂ ਸ਼ੋਅ ਕਰ ਦਿੰਦੇ ਹਾਂ, ਵੈਲਿਡ ਨਹੀਂ ਮੰਨਦੇ ਹੋ, ਕੋਈ ਨਹੀਂ ਮੰਨਦਾ ਵੀ ਕੈਸ਼ ਮਿਲਦੀ ਤੁਹਾਨੂੰ ਸੈਲਰੀ, ਨਹੀਂ ਮੰਨਦਾ ਕੋਈ। ਤੁਹਾਡੇ ਅਕਾਊਂਟ ਵਿੱਚ ਆਣੀ ਚਾਹੀਦੀ ਹੈ ਸੈਲਰੀ, 6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ। ਪਲੱਸ ਜਿਹੜਾ ਤੁਸੀਂ ਬਿਜ਼ਨਸ ਕਰਦੇ ਹੋ ਉਹਦੀ ਵੀ ਤੁਹਾਡੀ ਕਰੰਟ ਅਕਾਊਂਟ ਦੀ ਸਟੇਟਮੈਂਟ ਹੋਣੀ ਚਾਹੀਦੀ, ਕਿਉਂਕਿ ਜਿਵੇਂ ਮੇਰਾ ਜਿਉਣਾ ਮਿਊਜ਼ਿਕ ਬਿਜ਼ਨਸ ਹੈ ਤੇ ਮੇਰਾ ਜਿਉਣਾ ਮਿਊਜ਼ਿਕ ਦਾ ਕਰੰਟ ਅਕਾਊਂਟ ਵੀ ਹੈਗਾ, ਹੈ ਨਾ। ਉਹਦੇ ਵਿੱਚ ਮੇਰੀ ਸਾਰੀਆਂ ਬਿਜ਼ਨਸ ਦੀਆਂ ਪੇਮੈਂਟਸ ਆਉਂਦੀਆਂ ਨੇ, ਤੇ ਉਹਦੀ ਤੁਹਾਡੀ ਸਾਰੀ ਸਟੇਟਮੈਂਟ 6 ਮਹੀਨੇ ਪੁਰਾਣੀ ਅੰਬੈਸੀ ਚੈੱਕ ਕਰਦੀ ਹੈ ਵੀ ਵਾਕਈ ਹਾਂ ਤੁਹਾਡਾ ਬਿਜ਼ਨਸ ਹੈ, 6 ਮਹੀਨੇ ਤੋਂ ਤੁਹਾਨੂੰ ਰੈਗੂਲਰ ਪੇਮੈਂਟਸ ਆ ਰਹੀਆਂ ਨੇ, ਤੁਸੀਂ ਤੁਹਾਡਾ ਬਿਜ਼ਨਸ ਹੈ, ਇਹ ਤੁਹਾਡੀ ਸੈਲਰੀ ਹੈ, ਇਹ ਤੁਹਾਨੂੰ ਸੈਲਰੀਆਂ ਮਿਲ ਰਹੀਆਂ ਨੇ। ਜਿਵੇਂ ਜਿਹੜੇ ਬੰਦੇ ਸੈਲਰੀ ਦੇ ਨੇ ਵੀ ਇਹਨਾਂ ਨੂੰ 6 ਮਹੀਨੇ ਤੋਂ ਸੈਲਰੀਆਂ ਆ ਰਹੀਆਂ ਨੇ। ਪਹਿਲਾ ਕਲੀਅਰ। ਦੂਜਾ ਪਾਰਟ ਬਣਦਾ ਹੈ ਕਿ ਜਿਹੜੀ ਤੁਹਾਨੂੰ ਸੈਲਰੀ ਮਿਲਦੀ ਹੈ ਜਾਂ ਜਿਹੜਾ ਤੁਹਾਡਾ ਬਿਜ਼ਨਸ ਹੈ, ਉਸ ਬਿਜ਼ਨਸ ਜਾਂ ਉਸ ਸੈਲਰੀ ਤੋਂ ਤੁਸੀਂ ਪੈਸਾ ਜੋੜਿਆ ਕਿੰਨਾ ਹੋਇਆ, ਜਿਹਨੂੰ ਆਪਾਂ ਕਹਿੰਦੇ ਸੇਵਿੰਗਸ। ਤੁਹਾਡੀ ਕੀ ਐਫਡੀਆਂ ਕਰਾਈਆਂ ਹੋਈਆਂ ਜਾਂ ਤੁਸੀਂ ਪੈਸਾ ਕਿੰਨਾ ਜੋੜ ਕੇ ਰੱਖਿਆ ਹੋਇਆ, ਉਹ ਵੀ ਤੁਹਾਡਾ ਇੱਕ ਸੇਵਿੰਗ ਅਕਾਊਂਟ। ਜਿਵੇਂ ਮੇਰਾ ਆਪਣਾ ਸੇਵਿੰਗ ਅਕਾਊਂਟ ਹੈ, ਕਿਰਨ ਦਾ ਤਾਂ ਇੱਕੋ ਹੀ ਸੇਵਿੰਗ ਅਕਾਊਂਟ ਹੈ ਜਿਹਦੇ ਵਿੱਚ ਸੈਲਰੀ ਜਾਂਦੀ ਹੈ, ਉਹੀ ਇਹਨਾਂ ਦਾ ਸੇਵਿੰਗ ਅਕਾਊਂਟ ਹੈ। ਜੋ ਵੀ ਐਫਡੀਆਂ ਕਰਾਈਆਂ ਹੁੰਦੀਆਂ ਨੇ, ਪੈਸੇ ਜੋੜ ਕੇ ਆਪਾਂ ਕਰਾ ਲੈਂਦੇ ਹਾਂ, ਹੈ ਨਾ, ਜਾਂ ਉਹਦੇ ਵਿੱਚ ਮੋਟਾ ਪੈਸਾ ਪਿਆ ਹਰ ਮਹੀਨੇ ਥੋੜਾ ਵੱਧਦਾ, ਉਹ ਵੀ ਘੱਟੋ ਘੱਟ ਮੈਂ ਤੁਹਾਨੂੰ ਮਿਨੀਮਮ ਦੱਸਦਾ, ਮਿਨੀਮਮ 7-8 ਲੱਖ ਤਾਂ ਹੋਣਾ ਹੀ ਚਾਹੀਦਾ, ਠੀਕ ਹੈ। ਮੈਕਸਿਮਮ 13-14 ਲੱਖ ਹੋਏਗਾ ਤਾਂ ਬਹੁਤ ਵਧੀਆ, ਉਸ ਤੋਂ ਉੱਪਰ ਹੋਏਗਾ ਤਾਂ ਸਿਰਾ ਹੀ ਹੈ ਗੱਲਬਾਤ, ਹੈ ਨਾ। ਤੇ ਐਟਲੀਸਟ 7-8 ਲੱਖ ਰੁਪਇਆ ਹੋਣਾ ਚਾਹੀਦਾ ਅਕਾਊਂਟ 'ਚ, ਉਹ ਵੀ ਪਿਛਲਾ 6 ਮਹੀਨੇ ਪੁਰਾਣਾ ਐਟਲੀਸਟ। ਇਹ ਯਾਦ ਰੱਖਿਓ। ਕਈ ਵਾਰ ਕੀ ਕਰਦੇ ਆ, ਕਈ ਲੋਕ ਇੱਧਰੋਂ ਉੱਧਰੋਂ ਫੜ ਲੈਂਦੇ ਨੇ, ਮਾਮੇ ਚਾਚੇ ਭੂਆ ਤੋਂ, ਰਿਸ਼ਤੇਦਾਰਾਂ ਤੋਂ, ਆੜਤੀਆਂ ਤੋਂ ਫੜ ਲਏ, 2 ਲੱਖ ਇਕੱਠਾ ਫੜ ਕੇ ਅਕਾਊਂਟ 'ਚ ਪਾ ਲਿਆ, 4 ਲੱਖ ਇਕੱਠਾ ਫੜ ਕੇ ਅਕਾਊਂਟ 'ਚ ਪਾ ਲਿਆ। ਹੁਣ ਇੱਕ ਨੈਚੁਰਲ ਜੀ ਗੱਲ ਹੈ, ਜਦੋਂ ਅੰਬੈਸੀ ਤੁਹਾਡੀ ਸਟੇਟਮੈਂਟ ਚੈੱਕ ਕਰ ਰਹੀ ਹੈ, ਉਹਨੇ ਦੇਖਣਾ ਵੀ ਇੱਕੋ ਦਮ ਇਹਨਾਂ ਦੇ ਅਕਾਊਂਟ 'ਚ 6 ਲੱਖ ਰੁਪਇਆ ਆਇਆ, 4 ਲੱਖ ਰੁਪਇਆ ਆਇਆ, 2 ਲੱਖ, ਇਹ ਅਚਾਨਕ ਕਿਵੇਂ ਆ ਗਿਆ? ਇਸ ਬੰਦੇ ਦੀ ਤਾਂ ਸੈਲਰੀ ਇੰਨੀ ਹੈ ਤੇ ਇਹ ਅਚਾਨਕ ਪੈਸੇ ਕਿੱਥੋਂ ਆ ਗਏ? ਇੱਥੇ ਡਾਊਟ, ਕੁਐਸਚਨ ਮਾਰਕ ਬਣ ਜਾਂਦਾ ਹੈ ਅੰਬੈਸੀ ਦੀ ਨਿਗਾਹ ਦੇ ਵਿੱਚ। ਫਿਰ ਉੱਥੇ ਉਹ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ। ਇਹ ਨਹੀਂ ਹੁੰਦਾ ਕਿ ਨਹੀਂ ਦੇਣਗੇ, ਇਹ ਨਹੀਂ ਹੋਣਗਾ ਕਿ ਦੇਣਗੇ, ਉੱਥੇ ਕੁਐਸਚਨ ਮਾਰਕ ਖੜਾ ਹੋ ਜਾਂਦਾ ਇੱਕ, ਦੇ ਵੀ ਦਿੰਦੇ ਨਹੀਂ ਵੀ ਦਿੰਦੇ, ਕਿਸਮਤ ਹੈ। ਤੁਹਾਨੂੰ ਕਦੇ ਵੀ ਕਿਸੇ ਤੋਂ ਫੜ ਕੇ ਪੈਸੇ ਨਾ ਪਾਓ, ਜੋ ਆਪਣਾ ਹੈ ਉਹੀ ਦਿਖਾਓ, ਥੋੜੀ ਘੱਟ ਦਿਖਾ ਦਿਓ ਪਰ ਆਪਣਾ ਦਿਖਾਓ। ਜਾਂ 6 ਮਹੀਨੇ ਪੁਰਾਣਾ ਤੁਹਾਡਾ ਫੰਡ ਹੋਣਾ ਚਾਹੀਦਾ, 6 ਮੰਥ। ਉਹ ਵੀ ਦੇਖਣੇ ਵੀ ਪਿਛਲੇ 6 ਮਹੀਨੇ ਤੋਂ ਉਹਨਾਂ ਦੇ ਅਕਾਊਂਟ 'ਚ ਇੰਨੇ ਪੈਸੇ ਹੈਗੇ ਨੇ, ਆ ਰਹੇ ਨੇ, ਜਾ ਰਹੇ ਨੇ। ਮਤਲਬ 6 ਹੋ ਗਿਆ, ਕਦੇ 7 ਹੋ ਗਿਆ, ਕਦੇ 5 ਹੋ ਗਿਆ, ਕਦੇ 8 ਹੋ ਗਿਆ, ਕਦੇ 9 ਹੋ ਗਿਆ, ਕਦੇ 4 ਹੋ ਗਿਆ, 5 ਹੋ ਗਿਆ। ਮੇਰੇ 6 ਮਹੀਨਿਆਂ ਤੋਂ ਐਵੇਂ ਚੱਲਦਾ ਆ ਰਿਹਾ ਸਿਸਟਮ ਵੀ ਇਹ ਜੈਨੂਨ ਨੇ। ਹੁਣ ਤੁਹਾਡਾ ਸੇਵਿੰਗ ਵੀ ਕਲੀਅਰ, ਤੁਹਾਡਾ ਬਿਜ਼ਨਸ ਦਾ ਵੀ ਕਲੀਅਰ। ਅੰਬੈਸੀ ਨੂੰ ਪਤਾ ਲੱਗ ਗਿਆ ਤੁਹਾਡਾ ਬਿਜ਼ਨਸ ਵੀ ਵਧੀਆ ਹੈ, ਤੁਹਾਨੂੰ ਸੈਲਰੀ ਮਿਲਦੀ ਹੈ, ਜਾਂ ਤੁਹਾਡਾ ਜੋਬ ਕਰਦੇ ਹੋ, ਜਾਂ ਤੁਹਾਨੂੰ ਤੁਹਾਡਾ ਬਿਜ਼ਨਸ ਉਹ ਵੀ, ਉਹ ਕਰੰਟ ਅਕਾਊਂਟ ਹੈਗਾ, ਤੁਹਾਡੀ ਉਹ ਵੀ ਓਕੇ ਹੈ, ਤੁਹਾਡੀ ਸੇਵਿੰਗ ਵੀ ਓਕੇ ਹੈ। ਤੀਜਾ ਸਟੈਪ ਜਿਹੜਾ ਆ ਜਾਂਦਾ ਤੁਹਾਡੀ ਇਨਕਮ ਟੈਕਸ ਰਿਟਰਨ ਆ। ਹੁਣ ਕਈ ਵਾਰ ਕੀ ਹੋ ਜਾਂਦਾ, ਇਹ ਇੰਪੋਰਟੈਂਟ ਪੁਆਇੰਟ ਹੈ, ਆਪਾਂ ਜਿੰਨੀ ਇਨਕਮ ਟੈਕਸ ਰਿਟਰਨ ਭਰਦੇ ਆ ਨਾ, ਉਹਦੇ ਅਕੋਰਡਿੰਗ ਉਹ ਚੈੱਕ ਕਰਦੇ ਨੇ। ਜੇ ਆਪਣੀ ਇੰਨਾ ਇਨਕਮ ਟੈਕਸ ਜਾ ਰਿਹਾ ਹੈ ਸਾਲ ਦਾ, ਮਤਲਬ ਉਹ ਕੈਲਕੂਲੇਟ ਕਰ ਲੈਂਦੇ ਨੇ ਵੀ ਜੇ ਇਹਨਾਂ ਦਾ 8 ਲੱਖ ਰੁਪਏ ਦਾ ਟੈਕਸ ਬਣਦਾ ਸਾਲ ਦਾ, ਤੇ 8 ਲੱਖ ਦੇ ਅਕੋਰਡਿੰਗ ਮਹੀਨੇ ਦਾ ਇਹਨਾਂ ਦਾ ਕਿੰਨਾ ਬਣਿਆ, ਠੀਕ ਹੈ। ਤੋਂ ਮਤਲਬ 65-70 ਲੱਖ ਰੁਪਏ, 65-70 ਹਜ਼ਾਰ ਰੁਪਏ ਮਹੀਨੇ ਦੀ ਇਨਕਮ ਬਣੀ, ਉਹ ਤੋਂ ਸ਼ੋਅ ਹੁੰਦੀ ਹੈ ਨਾ। ਕਈ ਹੁੰਦਾ ਹੈ, ਜਿਵੇਂ ਕਈ ਮੈਂ ਸੁਣਿਆ ਕਿਸੇ ਤੋਂ ਵੀ ਕਈ ਲੋਕ ਨਿਲ ਦੀ ਭਰ ਦਿੰਦੇ ਨੇ, ITR ਇਨਕਮ ਟੈਕਸ ਭਰਦੇ ਹੀ ਨਹੀਂਗੇ, 2.5 ਲੱਖ 2 ਲੱਖ 4 ਲੱਖ ਇਹ ਦਿਖਾ ਦਿੰਦੇ ਆ, ਪਰ ਅਕਾਊਂਟ ਦੇ ਵਿੱਚ ਪੈਸਾ ਪਾ ਦਿੰਦੇ ਨੇ 12 ਲੱਖ 14 ਲੱਖ 15 ਲੱਖ 20 ਲੱਖ, ਸੋਚਦੇ ਨੇ ਵੀ ਨਾ ਇਹਨੇ ਸਾਡੇ ਅਕਾਊਂਟ 'ਚ ਤਾਂ ਬਹੁਤ ਪੈਸੇ ਨੇ। ਜੇ ਤੁਹਾਡੇ ਅਕਾਊਂਟ 'ਚ 50 ਲੱਖ ਰੁਪਈਆ ਵੀ ਹੈਗਾ ਨਾ, ਪਰ ਜਿਹੜੀ ਤੁਹਾਡੀ ਇਨਕਮ ਟੈਕਸ 2-2.5 ਲੱਖ ਦੀ ਹੈ ਜਾਂ ਹੈ ਹੀ ਨਹੀਂ ਇਨਕਮ ਟੈਕਸ ਰਿਟਰਨ, ਤੁਹਾਨੂੰ ਵੀਜ਼ਾ ਮਿਲ ਹੀ ਨਹੀਂ ਸਕਦਾ। ਉਹ ਵੀ ਤੁੱਕ ਹੈ, ਕੁਐਸਚਨ ਮਾਰਕ, ਮਿਲ ਵੀ ਸਕਦਾ ਹੈ, ਕਨਫਰਮਡ ਨਹੀਂਗਾ ਉਹ ਵੀ ਮਿਲੇਗਾ ਕਿ ਨਹੀਂ ਮਿਲੇਗਾ, ਹੈ ਨਾ।
ਉੱਥੇ ਮਤਲਬ ਸਕਸੈਸ ਰੇਟ ਹੈ ਜਿਹੜਾ ਉਹ ਸ਼ੋਰ ਨਹੀਂ ਹੁੰਦਾ, 50-50 ਚਾਂਸਸ। ਤੁਹਾਡੀ ITR ਤੁਹਾਡੀ ਇਨਕਮ ਦੇ ਨਾਲ ਮੈਚ ਕਰਨੀ ਚਾਹੀਦੀ ਹੈ। ਹੁਣ ਆਪਾਂ ਲਿਖਦੇ ਆ ਨਾ ਵੀ ਸਾਡੀ ਕਰੰਟ ਅਕਾਊਂਟ ਦੇ ਵਿੱਚ ਇੰਨੇ ਪੈਸੇ ਆਉਂਦੇ ਨੇ ਹਰ ਮਹੀਨੇ, ਹੈ ਨਾ। ਮੰਨ ਲਓ ਐਗਜ਼ਾਮਪਲ ਦਿੰਦਾ, ਕਿਸੇ ਬੰਦੇ ਦਾ ਬਿਜ਼ਨਸ ਹੈ, ਦੁਕਾਨ ਹੈ ਉਹਨਾਂ ਦੀ, ਫਾਰਮੇਸੀ ਦੀ ਦੁਕਾਨ ਲਗਾ ਲਓ ਜਾਂ ਪਰਚੂਨ ਦੀ ਦੁਕਾਨ ਲਗਾ ਲਓ, ਜਾਂ ਤੁਹਾਡਾ ਕੋਈ ਸਰਵਿਸ ਸਟੇਸ਼ਨ ਹੈ ਜਾਂ ਪੈਟਰੋਲ ਪੰਪ ਹੈ ਜਾਂ ਕੋਈ ਵੀ ABC ਰੇਤਾ ਬਜਰੀ ਦੀ ਦੁਕਾਨ ਹੈ, ਕੋਈ ਵੀ ਬਿਜ਼ਨਸ ਹੈ ਤੁਹਾਡਾ, ਉਹਦਾ ਕਰੰਟ ਅਕਾਊਂਟ ਹੋਏਗਾ। ਉਹਦੇ 'ਚ ਮੰਨ ਲਓ ਤੁਹਾਡੇ ਹਰ ਮਹੀਨੇ ਲੱਖ, 2 ਲੱਖ, 1.5 ਲੱਖ, 70,000, 80,000 ਇਹ ਪੇਮੈਂਟ ਆ ਰਹੀ ਹੈ। ਉਹਦੇ ਵਿੱਚੋਂ ਫਿਰ ਤੁਸੀਂ ਕਿੰਨਾ ਖਰਚਾ ਕਰਕੇ ਆਪਣੇ ਸੇਵਿੰਗ ਅਕਾਊਂਟ 'ਚ ਪਾ ਲੈਂਦੇ ਹੋ, ਤੇ ਫਿਰ ਉਹਦੇ ਅਕੋਰਡਿੰਗ ਤੁਸੀਂ ਆਪਣਾ ITR ਫਾਈਲ ਕਰ ਦਿੰਦੇ ਹੋ, ਹੈ ਨਾ। ਅੰਬੈਸੀ ਨੂੰ ਸ਼ੋ ਹੋ ਜਾਂਦਾ ਵੀ ਤੁਹਾਡੀ ਇੰਨੀ ITR ਜਾਂਦੀ ਹੈ। ਤੁਹਾਡੀ ITR, ਤੁਹਾਡੀ ਇਨਕਮ, ਤੁਹਾਡਾ ਸੇਵਿੰਗ, ਇਹ ਸਾਰੀਆਂ ਚੀਜ਼ਾਂ ਮੈਚ ਕਰ ਗਈਆਂ, ਇੱਕ ਦੂਜੇ ਨਾਲ ਮੈਚ ਕਰ ਰਹੀਆਂ ਨੇ, ਕਲੀਅਰ। ਤੇ ਚੌਥੇ ਨੰਬਰ ਤੇ ਆ ਜਾਂਦੀ ਹੈ ਤੁਹਾਡੀ ਪ੍ਰਾਪਰਟੀ। ਜੇ ਤੁਹਾਡੇ ਨਾਮ ਦੇ ਉੱਪਰ ਕੋਈ ਪਲਾਟ ਹੈ, ਕੋਈ ਘਰ ਹੈ, ਕੋਈ ਗੱਡੀ ਹੈ, ਕੋਈ ਟਰੱਕ ਹੈ, ਕੋਈ ਬੱਸ ਹੈ, ਕੋਈ ਮੱਝਾਂ ਨੇ, ਗਾਈਆਂ ਨੇ, ਹੈ ਨਾ, ਹਵੇਲੀ ਹੈ, ਜ਼ਮੀਨ ਹੈ, ਕੁਝ ਵੀ ਹੈ, ਕੋਈ ਵੀ ਪ੍ਰਾਪਰਟੀ ਹੈ, ਉਹਦੇ ਡਾਕੂਮੈਂਟ ਇਕੱਠੇ ਕਰਕੇ ਓਰੀਜਨਲ CA ਕੋਲ ਜਾਈਦਾ ਹੈ। CA ਉਹਦੀ ਇਵੈਲੂਏਸ਼ਨ ਕਰਦਾ ਹੈ, ਆਰਕੀਟੈਕਟ ਕਰੇਗਾ, ਇਵੈਲੂਏਸ਼ਨ ਕਰੇਗਾ, CA ਉਹਦੀ ਰਿਪੋਰਟ ਬਣਾਏਗਾ ਵੀ ਇਸ ਦਾ ਟੋਟਲ ਇੰਨਾ ਪੈਸਾ ਬਣਦਾ ਹੈ, ਇੰਨੀ ਵੈਲਿਊ ਹੈ ਇਹਦੀ। ਜੇ ਮੰਨ ਲਓ ਕਿਸੇ ਦਾ ਘਰ ਹੈ, ਉਹਦੀ ਰਜਿਸਟਰੀ, ਠੀਕ ਹੈ, ਰਜਿਸਟਰੀ ਦੀ ਵੈਲਿਊ ਕਿ ਨਹੀਂ, ਔਰ ਜ਼ਮੀਨ ਹੈ, ਜ਼ਮੀਨ ਦੀ ਫਰਦ ਕਢਾ ਲਓ, ਉਹਦੀ ਵੈਲਿਊ, ਇਹ ਸਾਰਿਆਂ ਦੀ CA ਨੇ ਇੱਕ ਰਿਪੋਰਟ ਬਣਾ ਕੇ ਦੇ ਦੇਣੀ ਹੈ ਤੁਹਾਨੂੰ ਵੀ ਤੁਹਾਡਾ ਟੋਟਲ ਇੰਨਾ ਪੈਸਾ ਬਣਦਾ ਹੈ। ਜਿਹੜਾ ਇਸ ਸਾਰਿਆਂ ਨੂੰ ਦੇਖ ਕੇ ਉਹ ਇੱਕ CA ਰਿਪੋਰਟ ਦੀ ਵੈਲਿਊਸ਼ਨ ਤੁਹਾਡੀ ਸਾਈਡ ਤੇ ਹੋਊਗੀ। ਇਹ ਫਾਈਲ ਬਣ ਗਈ, ਕਲੀਅਰ। ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਡਾਕੂਮੈਂਟ ਨਹੀਂ ਚਾਹੀਦਾ। ਹਾਂ, ਜਿਹੜੇ ਡਾਕੂਮੈਂਟ ਨੇ ਤੁਹਾਡੇ ਬਿਜ਼ਨਸ ਪ੍ਰੂਫ ਚਾਹੀਦੇ ਨੇ, ਲੇਕਿਨ ਹਾਂ ਜੋ ਤੁਸੀਂ ਬਿਜ਼ਨਸ ਕਰ ਰਹੇ ਹੋ ਨਾ, ਉਹਦੀ ਜਿਹੜਾ ਰਜਿਸਟ੍ਰੇਸ਼ਨ ਕੀਤਾ ਹੋਇਆ ਤੁਹਾਡਾ ਬਿਜ਼ਨਸ ਰਜਿਸਟਰਡ ਹੈ, MSME ਦੇ ਵਿੱਚ ਰਜਿਸਟਰਡ ਹੈ, ਚਾਹੇ ਉਦਯੋਗ ਆਧਾਰ ਜਿਹੜਾ ਵੀ ਹੁੰਦਾ ਉਹਦੇ 'ਚ ਰਜਿਸਟਰਡ ਹੈ, ਜਾਂ ਤੁਹਾਡਾ ਟ੍ਰੇਡਮਾਰਕ ਰਜਿਸਟਰਡ ਹੈ, ਕੋਈ ਵੀ ਤੁਹਾਡਾ ਬਿਜ਼ਨਸ ਰਜਿਸਟਰਡ ਹੈ, ਉਹ ਤੁਹਾਨੂੰ ਚਾਹੀਦਾ। ਤੇ ਜਿਹੜੇ ਜੋਬ ਕਰਦੇ ਨੇ ਉਹਨਾਂ ਦੀ ਜੁਆਇਨਿੰਗ ਲੈਟਰ ਹੁੰਦੀ ਹੈ, ਜਾਂ ਤੁਹਾਡਾ I ਕਾਰਡ ਹੁੰਦਾ ਜੋਬ ਦਾ, ਉਹ ਚੀਜ਼ ਚਾਹੀਦੀ ਹੈ। ਪ੍ਰੂਫ ਦੇਖਦੇ ਨੇ ਵੀ ਤੁਸੀਂ ਕਰਦੇ ਵੀ ਹੋ ਕਿ ਨਹੀਂ ਕਰਦੇ। ਇਹ ਸਾਰਾ ਨੱਥੀ ਕਰਕੇ ਜੀ ਤੁਹਾਡੀ ਜਿਹੜੀ ਅਪਾਇੰਟਮੈਂਟ ਲਿੱਤੀ ਹੁੰਦੀ ਹੈ VFS ਵਿੱਚ, ਅਪਾਇੰਟਮੈਂਟ ਲਿੱਤੀ ਹੁੰਦੀ, ਉਹਦੇ ਇੱਕ ਜਿਹੜਾ ਵੀਜ਼ਾ ਐਪਲੀਕੇਸ਼ਨ ਫਾਰਮ ਹੁੰਦਾ ਉਹ ਭਰਨਾ ਪੈਂਦਾ ਹੈ। ਉਹ ਤੁਹਾਡਾ ਜਿਹੜਾ ਵੀ ਏਜੰਟ ਹੋਏਗਾ ਉਹ ਭਰ ਦੂਗਾ, ਅਪਾਇੰਟਮੈਂਟ ਤੁਹਾਡਾ ਏਜੰਟ ਲੈ ਦੂਗਾ। ਤੁਸੀਂ ਆਪ ਵੀ ਲੈ ਸਕਦੇ ਹੋ ਆਨਲਾਈਨ, ਬਹੁਤ ਈਜ਼ੀ ਹੈ। ਪਰ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ, ਛੋਟੀ ਛੋਟੀ ਗਲਤੀਆਂ ਕਰ ਦਿੰਦੇ ਆ, ਇਸ ਕਰਕੇ ਆਪਾਂ ਨੂੰ 5-7 ਹਜ਼ਾਰ ਰੁਪਇਆ ਉਹਨਾਂ ਨੂੰ ਦੇਣਾ ਠੀਕ ਰਹਿੰਦਾ। ਉਹ ਆਪਣੇ ਆਪ ਕਰ ਦਿੰਦੇ ਨੇ, ਸਾਰੀ ਫਾਈਲਿੰਗ ਨੱਥੀ ਬਣਾ ਦਿੰਦੇ ਨੇ। ਇੱਕ ਕਵਰਿੰਗ ਲੈਟਰ ਲਿਖ ਦੇਣਗੇ ਤੁਹਾਡਾ ਕਿ ਵੀ ਅਸੀਂ ਕਿਉਂ ਚੱਲੇ ਆ, ਕਵਰਿੰਗ ਲੈਟਰ ਹੁੰਦਾ, ਐਪਲੀਕੇਸ਼ਨ ਹੁੰਦੀ ਜਿਹੜੀ ਆਪਾਂ ਦੇਣੀ ਹੁੰਦੀ ਹੈ। ਫਿਰ ਹੁੰਦੀ ਹੈ ਤੁਹਾਡੀ ਐਪਲੀਕੇਸ਼ਨ ਤੋਂ ਬਾਅਦ ਤੁਹਾਡਾ ਆਈਟਨਰੀ ਬਣਦੀ ਹੈ ਵੀ ਤੁਸੀਂ ਕਿੱਥੇ ਕਿੱਥੇ ਘੁੰਮਣਾ ਹੈ। ਸਪੋਜ਼ ਤੁਸੀਂ ਫਰਾਂਸ ਦਾ ਵੀਜ਼ਾ ਲਵਾ ਰਹੇ ਹੋ ਜਾਂ ਸਪੇਨ ਦਾ ਲਵਾ ਰਹੇ ਹੋ, ਜਿਹੜੀ ਕੰਟਰੀ ਮੈਂ ਦੱਸ ਰਿਹਾ ਨਾ ਵੀ ਜਿਹੜੀ ਕੰਟਰੀ 'ਚ ਤੁਸੀਂ ਮੈਕਸਿਮਮ ਦਿਨ ਸਟੇ ਕਰਨੀ ਹੈ ਨਾ, ਉਸ ਕੰਟਰੀ ਦਾ ਵੀਜ਼ਾ ਅਪਲਾਈ ਕਰੋ। ਚਾਹੇ ਫਰਾਂਸ ਕਰਨੀ ਹੈ ਜਾਂ ਸਪੇਨ ਕਰਨੀ ਹੈ, ਜਰਮਨੀ, ਉਸ ਕੰਟਰੀ ਤੋਂ ਵੀਜ਼ਾ ਅਪਲਾਈ ਕਰੋ, ਹੈ ਨਾ। ਉਹ ਤੁਸੀਂ ਆਪ ਸਮਝੋਗੇ ਵੀ ਕਿਵੇਂ ਅਪਲਾਈ ਕਰਨਾ ਹੈ ਨਾ। ਫਾਰਮ ਭਰ ਲਈ, ਐਪਲੀਕੇਸ਼ਨ ਫਾਰਮ ਹੋ ਗਿਆ, ਆਈਟਨਰੀ ਰੈਡੀ ਹੋ ਗਈ, ਹੋਟਲ ਬੁਕਿੰਗਸ, ਕਨਫਰਮਡ ਹੋਟਲ ਬੁਕਿੰਗਸ ਤੁਹਾਨੂੰ ਕਰਨੀਆਂ ਪੈਣਗੀਆਂ ਵੀ ਜਿਹੜੀਆਂ ਕਨਫਰਮ ਤੁਹਾਨੂੰ ਹੋਟਲ ਉੱਥੇ ਲਗਾਉਣਾ ਪੈਂਦਾ, ਤੁਸੀਂ ਕਿਹੜੇ ਹੋਟਲ ਵਿੱਚ ਰਹਿਣਾ ਹੈ, ਕਨਫਰਮ ਹੋਟਲ ਬੁਕਿੰਗ। ਫਿਰ ਉਸ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ, ਉਹ ਬਹੁਤ ਜ਼ਰੂਰੀ ਹੈ, ਇੰਸ਼ੋਰੈਂਸ ਹੋਏਗੀ, ਉਹ ਕਰਨੀ ਪਏਗੀ ਤੁਹਾਡੀ। ਫਿਰ ਤੁਹਾਡੀ ਹੋਗੀ ਇੱਕ ਫਲਾਈਟ ਬੁਕਿੰਗਸ, ਉਹ ਚਲੋ ਡੰਮੀ ਚੱਲ ਜਾਂਦੀਆਂ ਨੇ, ਕਨਫਰਮਡ ਹੋ ਜਾਂਦੀਆਂ ਨੇ, ਲੇਕਿਨ ਉਹ ਨਹੀਂ ਹੁੰਦੀਆਂ, ਪੇਡ ਨਹੀਂ ਹੁੰਦੀਆਂ। ਉਹ ਕਰ ਲਓ, ਜਾ ਕੇ ਸਬਮਿਟ ਕਰ ਦਿਓ, ਵੇਟ ਕਰੋ, ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। ਜੈਨੂਨ। ਇਸ ਤੋਂ ਬਾਅਦ ਹੁਣ ਪ੍ਰੋਫਾਈਲ ਕੀ ਹੋਏਗਾ, ਜੈਨੂਨ ਹੈ, ਸਾਰਾ ਤੁਹਾਡਾ ਬਿਜ਼ਨਸ ਸੈੱਟ ਹੈ, ਐਦਾਂ ਹੀ ਤੁਹਾਨੂੰ ਵੀਜ਼ਾ ਮਿਲ ਜਾਣਾ ਜੀ। ਇਹ ਹੈਗਾ। ਮੇਰੇ ਤੋਂ ਕਈ ਜਣੇ ਵੀਰਾਂ ਭੈਣਾਂ ਨੇ ਏਜੰਟ ਦੇ ਨੰਬਰ ਮੰਗੇ ਆ। ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਏਜੰਟ ਦਾ ਨੰਬਰ ਨਾ ਐਵੇਂ ਓਪਨਲੀ ਨੀਚੇ ਕਮੈਂਟਸ ਵਿੱਚ ਨਹੀਂ ਦੇ ਸਕਦਾ। ਜਿਨ੍ਹਾਂ ਤੋਂ ਮੈਂ ਫਾਰਮ ਭਰਿਆ ਸੀ, ਮੈਂ ਦੱਸਿਆ ਸੀ, ਮੇਰੇ 2 ਦੋਸਤ ਨੇ, ਮੇਰੇ ਖਾਸ ਦੋਸਤ ਨੇ ਉਹ। ਤੇ ਮੈਂ ਜਿਵੇਂ ਮੇਰਾ ਕਿਸੇ ਰਿਸ਼ਤੇਦਾਰ ਨੇ ਜਾਣਾ ਹੁੰਦਾ, ਤੇ ਮੈਂ ਜਿਹੜਾ ਵੀ ਜਿਹਦੇ ਕੋਲ ਜ਼ਿਆਦਾ ਟਾਈਮ ਫ੍ਰੀ ਹੁੰਦਾ, ਮੈਂ ਉਹਦੇ ਕੋਲ ਭੇਜ ਦੇਣਾ ਵੀ ਉਸ ਕੋਲੋਂ ਕਰਵਾ ਲਓ ਕੰਮ, ਹੈ ਨਾ। ਦੋਨੋਂ ਬਹੁਤ ਵਧੀਆ ਨੇ। ਇੱਕ ਮੇਰਾ ਦੋਸਤ ਹੈ, ਉਹਦਾ ਟੂਰਿਸਟ ਵੀਜ਼ੇ ਦਾ ਕੰਮ ਹੈ, ਸਿਰਫ ਟੂਰਿਸਟ ਵੀਜ਼ੇ ਤੇ ਆ ਹੋਟਲ ਬੁਕਿੰਗਸ ਵਗੈਰਾ ਕਰਦਾ ਹੈ ਬਾਈ, ਟਿਕਟਾਂ ਟੁਕਟਾਂ ਬੁੱਕ ਕਰਦਾ ਹੈ। ਔਰ ਇੱਕ ਬਾਈ ਹੈ, ਉਹਦਾ ਸਟੂਡੈਂਟ ਵੀਜ਼ਿਆਂ ਦਾ ਕੰਮ ਹੈ, ਉਹ ਜ਼ਿਆਦਾ ਸਟੂਡੈਂਟ ਵੀਜ਼ੇ ਕਰਦਾ ਹੈ ਨਾ। ਤੇ ਉਹ ਦੋਨਾਂ ਮੈਂ ਜਿਹੜੇ ਕੋਲ ਟਾਈਮ ਹੁੰਦਾ ਮੈਂ ਉਹਨਾਂ ਤੋਂ ਕਰਵਾ ਲੈਂਦਾ। ਤੁਹਾਨੂੰ ਜਿਹੜਾ ਵੀ ਨੰਬਰ ਚਾਹੀਦਾ ਮੈਨੂੰ ਇੰਸਟਾ 'ਤੇ ਮੈਸੇਜ ਕਰਿਓ। ਹੁਣ ਵੀਰੇ ਜੇ ਤੁਹਾਡੇ ਕੋਲ ਕਈ ਕਹਿੰਦੇ ਨੇ ਸਾਡੇ ਕੋਲ ਇੰਸਟਾ ਨਹੀਂ ਗੀ, ਤਾਂ ਵੀਰੇ ਉੱਥੇ ਮੈਂ ਹੈਲਪਲੈਸ ਹੋ ਜਾਣਾ, ਕਿਉਂਕਿ ਮੈਂ ਓਪਨਲੀ ਨੰਬਰ ਨਹੀਂ ਪਾ ਸਕਦਾ ਉਹਨਾਂ ਦਾ, ਹੈ ਨਾ। ਮੇਰੀ ਈਮੇਲ ਆਈਡੀ ਹੈਗੀ ਹੈ, ਈਮੇਲ ਆਈਡੀ ਮੈਂ ਦਿੱਤੀ ਹੋਈ ਹੈ, ਤੁਸੀਂ ਈਮੇਲ ਆਈਡੀ 'ਤੇ ਮੈਂ ਮੈਸੇਜ ਕਰ ਸਕਦੇ ਹੋ, ਮੈਂਸ਼ਨ ਕੀਤੀ ਹੋਈ ਹੈ ਈਮੇਲ ਆਈਡੀ ਡਿਸਕ੍ਰਿਪਸ਼ਨ ਦੇ ਵਿੱਚ। ਈਮੇਲ ਕਰ ਦਿਓ ਮੈਨੂੰ, ਤਾਂ ਉੱਥੇ ਤੁਹਾਨੂੰ ਮੈਂ ਗੱਲ ਕਰ ਲਾਂਗਾ, ਹੈ ਨਾ। ਹੁਣ ਦੱਸਦਾ ਤੁਹਾਨੂੰ ਫੀਸ ਕਿੰਨੀ ਲੱਗੀ, ਜਿਹੜੀ ਤੇ ਸਾਡੀ ਦੋਨਾਂ ਦੀ ਮਿਲਾ ਕੇ ਦੱਸਦਾ। ਸਾਡੀ VFS ਦੀ ਫੀਸ ਤੇ ਫਰਾਂਸ ਦੀ ਅੰਬੈਸੀ ਫੀਸ, ਸਾਰਾ ਕੁਝ ਮਿਲਾ ਬਲੂ ਕੇ ਨਾ ਦੋਨੋਂ ਜਣੇ ਨਾ 19,000 ਰੁਪਏ ਲੱਗਿਆ।
ਹੈਨਾ 19000 ਹੀ ਲੱਗੇ ਨਾ 5000 ਰੁਪਏ ਮੇਰੇ ਕੋਲ ਪਹਿਲਾਂ ਦਿੱਤਾ ਸੀ ਮੈਂ ਜਦੋਂ ਅਪਾਇੰਟਮੈਂਟ ਲਿੱਤੀ ਸੀ। ਅਪਾਇੰਟਮੈਂਟ ਲੈਣ ਦਾ VFS ਚਾਰजेस ਮੇਰੇ ਕੋਲ ਅਪਾਇੰਟਮੈਂਟ ਲੈਣ ਦੇ 5-6000 ਰੁਪਏ 5000 ਰੁਪਏ 5500 ਪਹਿਲਾਂ ਦਿੱਤਾ ਸੀ। ਬਾਕੀ ਉੱਥੇ 13000 ਰੁਪਏ ਉੱਥੇ ਜਾ ਕੇ ਲੱਗਿਆ ਸੀ ਆਪਣਾ 13-13500 ਰੁਪਏ। ਹਾਂ ਮਤਲਬ 19000 ਰੁਪਏ ਮੋਟਾ-ਮੋਟਾ 20000 ਮੰਨ ਲਓ 10000 ਰੁਪਏ ਪਰ ਪਰਸਨ ਦਾ ਮੰਨ ਲਓ ਤੁਸੀਂ ਇਹ ਮੰਨ ਲਓ ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਮੇਰੇ ਭਾਵੇਂ ਮੇਰਾ ਦੋਸਤ ਹੈ ਲੇਕਿਨ ਮੈਂ ਉਹਨੂੰ ਪੇ ਜ਼ਰੂਰ ਕਰਦਾ ਕਿਉਂਕਿ ਉਹਦਾ ਕੰਮ ਹੈ ਪੇਸ਼ਾ ਉਹਦਾ ਇਹ ਕੰਮ ਕਰਨਾ ਹੈ ਨਾ ਉਹਨੂੰ ਮੈਂ ਪੇ ਕਰਦਾ। ਜੋ ਬਾਕੀਆਂ ਤੋਂ ਉਹ ਪੈਸੇ ਲੈਂਦਾ ਮੈਂ ਵੀ ਉਨੇ ਹੀ ਦੇਣਾ ਬਾਈ ਨੂੰ ਹੈ ਨਾ। ਹੋ ਸਕਦਾ ਪਿਆਰ ਦੇ ਕਰਕੇ ਮੇਰੇ ਤੋਂ ਘੱਟ ਲੈ ਲੈਂਦਾ ਹੋਵੇ ਮੈਨੂੰ ਨਾ ਦੱਸਦਾ ਹੋਵੇ ਮੈਨੂੰ ਉਹਦੀ ਐਗਜ਼ੈਕਟ ਫੀਸ ਨਹੀਂ ਪਤਾ ਉਹ ਕਿੰਨੀ ਫੀਸ ਲੈਂਦਾ ਬਾਈ ਤੇ ਮੈਨੂੰ ਉਹਦੇ ਬਾਰੇ ਸੱਚੀ ਜ਼ਿਕਰ ਨਹੀਂ ਮੇਰੇ ਤੋਂ ਨਾ ਥੋੜੇ ਬਹੁਤੇ ਜਿਹੜੇ ਲਿੱਤੇ ਨੇ ਨਾ ਉਹ ਮੈਂ ਦਿੱਤੇ ਨੇ ਉਹਨੂੰ ਬਾਈ ਨੂੰ ਆਪਣੇ ਫਾਰਮ ਵਗੈਰਾ ਪਰ ਪਰਸਨ ਦੇ ਹਿਸਾਬ ਨਾਲ 2 ਜਣਿਆਂ ਦੇ ਉਹ ਸਾਰੇ ਜਿਹੜੇ ਉਹਨੇ ਸਾਰੀ ਫਾਈਲਿੰਗ ਬਣਾ ਕੇ ਦਿੱਤੀ ਉਹਦੇ ਪੈਸੇ। ਜਿਹੜੀ ਇੰਸ਼ੋਰੈਂਸ ਹੋਈ ਹੈ ਮੇਰੇ ਖਿਆਲ 900 ਰੁਪਏ ਦੀ ਹੋਈ ਹੈ ਪਰ ਬੰਦੇ ਦੀ 8-900 ਰੁਪਏ ਦੀ ਇੰਸ਼ੋਰੈਂਸ ਇੱਕ ਬੰਦੇ ਦੀ ਹੁੰਦੀ ਹੈ 2 ਜਣਿਆਂ ਦੀ ਮਿਲਾ ਕੇ ਦੇਖ ਲਓ ਕਿੰਨੇ ਦੀ ਬਣੀ 1800 ਦੀ 16-1700-1800 ਦੀ ਇੰਸ਼ੋਰੈਂਸ ਹੋ ਗਈ। ਕੁੱਲ ਮਿਲਾ ਕੇ ਦੇਖਿਆ ਜਾਵੇ ਸਾਡਾ 2 ਜਣਿਆਂ ਦਾ ਜਿਹੜਾ ਖਰਚਾ ਆਇਆ ਟੋਟਲ 35000 ਰੁਪਏ ਆਇਆ ਹੋਣਾ ਇੰਨਾ ਕੀ ਹੈ ਨਾ 35000 ਰੁਪਏ ਸਾਰਾ ਖਰਚਾ ਮਿਲਾ ਕੇ ਕਿਉਂਕਿ CA ਵੈਲਿਊਏਸ਼ਨ ਰਿਪੋਰਟ ਵੀ ਬਣਵਾਈ ਸੀ ਨਾ ਉਹ ਵੀ ਖਰਚਾ ਮੈਂ ਇਨਕਲੂਡ ਕਰੂੰਗਾ ਵਿੱਚ। CA ਵੈਲਿਊਏਸ਼ਨ ਰਿਪੋਰਟ ਬਣਾ ਕੇ VFS ਫੀਸ ਲਗਾ ਕੇ ਫਰਾਂਸ ਵੀਜ਼ਾ ਲਗਾ ਕੇ ਬਾਈ ਦੇ ਫੀਸ ਲਗਾ ਕੇ ਇੰਸ਼ੋਰੈਂਸ 35000 ਰੁਪਏ ਸਾਡਾ ਦੋਨਾਂ ਦਾ ਖਰਚਾ ਆਇਆ 2 ਜਣਿਆਂ ਦਾ ਸਾਡੇ ਵੀਜ਼ੇ ਲੱਗ ਗਏ। ਟਿਕਟਾਂ ਅਸੀਂ ਲੈ ਲਈਆਂ ਨੇ ਟਿਕਟਾਂ ਸਾਡੀਆਂ ਹੋ ਗਈਆਂ ਨੇ ਟਿਕਟ ਆਈ ਹੈ ਸਾਡੀ 65000 ਰੁਪਏ ਦੀ ਇੱਕ ਬੰਦੇ ਦੀ ਪਰ ਪਰਸਨ ਦੀ 65000 ਦੀ ਆਣ ਜਾਣ ਦੀ ਟਿਕਟ ਹੈ। ਬਾਕੀ ਜਿਹੜੀ ਸਾਡੀ ਉੱਥੇ ਦੀ ਟਿਕਟਾਂ ਡੋਮੈਸਟਿਕ ਟਿਕਟਾਂ ਨੇ ਉਹ ਅਲੱਗ ਨੇ ਉਹਦਾ ਮੈਂ ਤੁਹਾਨੂੰ ਵਲੋਗ ਦੇ ਅਕੋਰਡਿੰਗ ਦੱਸੂਗਾ ਜਦੋਂ ਆਪਾਂ ਜਿੱਥੇ ਜਾਵਾਂਗੇ ਨਾ ਜਦੋਂ ਘੁੰਮਾਂਗੇ ਉਦੋਂ ਦੱਸਾਂਗਾ ਤੁਹਾਨੂੰ ਸਾਰੀ ਡਿਟੇਲਾਂ। ਸਾਡੀ 65000 ਰੁਪਏ ਪਰ ਪਰਸਨ ਦੀ ਟਿਕਟ ਆਈ ਹੈ ਤੇ ਜਿਹੜੀਆਂ ਉੱਥੇ ਤੁਹਾਨੂੰ ਮੈਂ ਉਹ ਘੁਮਾਵਾਂਗਾ ਨਾ ਜਦੋਂ ਉਦੋਂ ਕੱਲੀ ਚੀਜ਼ ਦੱਸਾਂਗਾ ਵੀ ਇੱਥੋਂ ਜਾ ਕੇ ਇੱਥੇ ਤੱਕ ਜਾਣ ਦਾ ਇੰਨਾ ਖਰਚਾ ਇੱਥੇ ਜਾ ਕੇ ਜਾਣ ਦਾ ਇੰਨਾ ਖਰਚਾ ਉਹ ਕਲੀਅਰ। ਹੋਰ ਕੁਝ ਹੁਣ ਕੋਈ ਚੀਜ਼ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟਾਂ 'ਚ ਪੁੱਛ ਲਿਓ। ਨੰਬਰ ਨਾ ਮੰਗਿਆ ਕਰੋ ਮੈਨੂੰ ਨੰਬਰ ਦੇਣ 'ਚ ਕੋਈ ਪ੍ਰੋਬਲਮ ਨਹੀਂ ਗੀ ਐਕਚੁਅਲੀ ਵਿੱਚ ਪਤਾ ਕੀ ਹੋ ਜਾਂਦਾ ਮੈਂ ਪਹਿਲਾਂ ਵੀ ਦੱਸਿਆ ਜਦੋਂ ਆਪਾਂ ਨੰਬਰ ਦੇ ਦਿੰਦੇ ਆ ਨਾ ਤੁਹਾਨੂੰ ਜ਼ਰੂਰ ਮੈਨੂੰ ਪਤਾ ਵੀ ਤੁਸੀਂ ਤਾਂ ਫੋਨ ਕਰਕੇ ਕੁਝ ਪੁੱਛਣਾ ਹੈ ਪਰ ਉਹ ਨੰਬਰ ਜਦੋਂ ਓਪਨ ਹੋ ਜਾਂਦਾ ਨਾ ਫਿਰ ਕੋਈ ਵੀ ਫੋਨ ਕਰ ਦਿੰਦਾ ਮੈਨੂੰ ਮੇਰੇ ਨਾਲ ਹੋਇਆ ਪਹਿਲਾਂ ਮੈਂ ਆਪਣੇ ਨੰਬਰ ਪਾ ਦਿੰਦਾ ਹੁੰਦਾ ਸੀ ਨਾ ਕਿਸੇ ਵੀ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਫੋਨ ਆਉਣ ਲੱਗ ਜਾਂਦੇ ਸੀ ਕਿਉਂਕਿ ਕੰਮ ਵੀ ਕਰ ਰਿਹਾ ਹੁੰਦਾ ਵਲੋਗ ਵੀ ਬਣਾ ਰਿਹਾ ਹੁੰਦਾ ਮਿਊਜ਼ਿਕ ਵੀ ਬਣਾ ਰਿਹਾ ਹੁੰਦਾ ਬੱਚਿਆਂ ਨੂੰ ਪੜ੍ਹਾ ਵੀ ਰਿਹਾ ਹੁੰਦਾ ਫਿਰ ਉਹ 'ਚ ਫੋਨ ਬਹੁਤ ਆਉਂਦੇ ਨੇ ਇਸ ਕਰਕੇ ਹੋਰ ਕੋਈ ਰੀਜ਼ਨ ਨਹੀਂਗਾ। ਬਾਕੀ ਤੁਸੀਂ ਕਾਫੀ ਜਾਣੇ ਮੈਸੇਜ ਕਰਦੇ ਕਮੈਂਟ ਕਰ ਰਹੇ ਸੀ ਕਈ ਜਾਣੇ ਵੀ ਨੀਦਰਲੈਂਡ ਜਾ ਕੇ ਉਹ ਵੀ ਬਹੁਤ ਸੋਹਣਾ ਸਵਿਟਜ਼ਰਲੈਂਡ ਜਾ ਕੇ ਉਹ ਵੀ ਬਹੁਤ ਸੋਹਣਾ ਇੰਨੀਆਂ ਜਗ੍ਹਾ ਤੇ ਅਸੀਂ ਨਹੀਂ ਜਾ ਸਕਦੇ ਅਜੇ ਕੋਈ ਨਹੀਂ ਨੈਕਸਟ ਟਾਈਮ ਜ਼ਰੂਰ ਕਦੇ ਟਰਾਈ ਕਰਾਂਗੇ ਉਹਨਾਂ ਦਾ ਸਪੈਸ਼ਲ ਵੀਜ਼ਾ ਲੈ ਕੇ ਸਵਿਟਜ਼ਰਲੈਂਡ ਦਾ ਫਿਰ ਕੱਲਾ ਸਵਿਟਜ਼ਰਲੈਂਡ ਹੀ ਘੁੰਮ ਕੇ ਆਵਾਂਗੇ ਹੈਨਾ। ਤੇ ਇਹ ਯੂਰਪ ਬਹੁਤ ਵੱਡਾ ਵਾ ਥੋੜੇ ਟਾਈਮ ਦੇ ਵਿੱਚ ਇੰਨਾ ਘੁੰਮ ਨਹੀਂ ਸਕਦੇ। ਸਵਿਟਜ਼ਰਲੈਂਡ ਸੱਚੀ ਅਸੀਂ ਜਾਣਾ ਚਾਹੁੰਦੇ ਆ ਦੋਨੋਂ ਜਣੇ ਪਰ ਚੱਕਰ ਕੀ ਵਾਰ ਸਾਡੇ ਕੋਲ 12 ਦਿਨ ਦਾ ਵੀਜ਼ਾ ਹੈ ਹੁਣ 12 ਦਿਨ ਦੇ ਵੀਜ਼ੇ ਵਿੱਚ ਆਪਾਂ ਕਿੱਥੇ ਘੁੰਮ ਲਾਂਗੇ ਫਿਰ ਤਾਂ ਐਵੇਂ ਆ ਵੀ ਹੋਟਲ 'ਚ ਪਹੁੰਚੇ ਬੈਗ ਬੰਦ ਹੀ ਰਹਿਣ ਦਈਏ ਨਿਕਲੇ ਬਾਹਰ ਤੇ ਐਵੇਂ ਨਿਕਲ ਕੇ ਅਗਲੇ ਦਿਨ ਨਿਕਲ ਪਏ। ਸਵਿਟਜ਼ਰਲੈਂਡ ਘੁੰਮਣ ਦੀ ਘੱਟੋ ਘੱਟ ਤੁਹਾਨੂੰ 1 ਵੀਕ ਤਾਂ ਚਾਹੀਦਾ ਹੀ ਚਾਹੀਦਾ ਹਫਤਾ ਪੂਰਾ ਵੀਕ ਤੇ ਕਦੇ ਜ਼ਿੰਦਗੀ 'ਚ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਆਪਾਂ ਡਾਇਰੈਕਟ ਸਵਿਟਜ਼ਰਲੈਂਡ ਹੀ ਜਾਵਾਂਗੇ ਉੱਥੋਂ ਹੀ ਵਾਪਸ ਆ ਜਾਾਂਗੇ ਜ਼ੂਰਿਕ ਉਤਰੇ ਜ਼ੂਰਿਕ ਤੋਂ ਹੀ ਵਾਪਸ ਆ ਗਏ 7 ਦਿਨ ਉੱਥੇ ਹੀ ਘੁੰਮ ਫਿਰ ਕੇ ਵਾਪਸ ਆ ਗਏ। ਔਰ ਸਵਿਟਜ਼ਰਲੈਂਡ ਕੱਲਾ ਸਵਿਟਜ਼ਰਲੈਂਡ ਘੁੰਮਣ ਦਾ ਹੀ ਬਹੁਤ ਖਰਚਾ ਹੈ ਬਾਈ ਇਹ ਸੱਚੀ ਸਵਿਟਜ਼ਰਲੈਂਡ ਬਹੁਤ ਕੋਸਟਲੀ ਹੈ। ਜਿਹੜਾ ਉੱਥੋਂ ਦਾ ਸਵਿਸ ਪਾਸ ਬਣਦਾ ਹੈ ਨਾ ਸਵਿਟਜ਼ਰਲੈਂਡ ਦੇ ਅੰਦਰ ਹੀ ਘੁੰਮਣ ਦਾ ਜਿਹੜੀਆਂ ਟ੍ਰੇਨਾਂ ਹੋ ਗਈਆਂ ਬੱਸਾਂ ਹੋ ਗਈਆਂ ਟ੍ਰੈਮਸ ਜਾਂ ਬੋਟਸ ਦਾ ਇੱਕ ਪਾਸ ਬਣਦਾ ਹੈ ਵੀ ਤੁਸੀਂ ਕਿਸੇ ਤੇ ਉੱਪਰ ਵੀ ਘੁੰਮਦੇ ਫਿਰਦੇ ਰਹੋ 4 ਦਿਨ ਦਾ ਪਾਸ ਹੀ ਜੋ ਮੈਂ ਸੁਣਿਆ 40000 ਦਾ ਆਈ ਥਿੰਕ ਬਾਕੀ ਕਨਫਰਮਡ ਨਹੀਂ ਹੈ ਪਰ ਮੈਂ ਸੁਣਿਆ ਕਿ ਮਹਿੰਗਾ ਹੈ ਸਵਿਸ ਪਾਸ ਵੀ ਬਹੁਤ ਮਹਿੰਗਾ ਹੈ ਕਿਉਂਕਿ ਉਹਨਾਂ ਦੀ ਆਪਣੀਆਂ ਟ੍ਰੇਨਾਂ ਨਹੀਂ ਉਹ EU ਨਾਲ ਉਹ ਕਨੈਕਟ ਨਹੀਂ ਕਰਦੀਆਂ ਯੂਰਪ ਨਾਲ ਨਹੀਂ ਕਨੈਕਟ ਕਰਦੀਆਂ ਉਹਨਾਂ ਦੀ ਆਪਣੀਆਂ ਟ੍ਰੇਨ ਸਿਸਟਮ ਨੇ ਉਹ ਮਹਿੰਗੀਆਂ ਨੇ ਟ੍ਰੇਨਾਂ ਉਹਨਾਂ ਦੀਆਂ। ਦੂਸਰੇ ਨੰਬਰ ਦੇ ਉੱਪਰ ਉਹਨਾਂ ਦੇ ਹੋਟਲਸ ਬਹੁਤ ਮਹਿੰਗੇ ਨੇ ਖਾਣਾ ਬਹੁਤ ਮਹਿੰਗਾ ਸਾਈਟ ਸੀਇੰਗ ਜਿੱਥੇ ਆਪਾਂ ਜਾਣਾ ਉਹ ਵੀ ਬਹੁਤ ਮਹਿੰਗਾ ਤੇ ਘੱਟੋ ਘੱਟ ਸਵਿਟਜ਼ਰਲੈਂਡ ਜਾਣ ਦੀ ਘੱਟੋ ਘੱਟ 4 ਲੱਖ ਰੁਪਏ ਦਾ ਅਲੱਗ ਤੋਂ ਬਜਟ ਹੋਵੇ 2 ਜਣਿਆਂ ਦਾ ਤਾਂ ਜਾ ਕੇ ਸਵਿਟਜ਼ਰਲੈਂਡ ਜਾਇਆ ਜਾਏਗਾ। ਬਾਕੀ ਪ੍ਰਮਾਤਮਾ ਨੇ ਕਦੇ ਜ਼ਿੰਦਗੀ 'ਚ ਬਣਾਇਆ ਸਵਾਬ ਤਾਂ ਜ਼ਰੂਰ ਜਾਵਾਂਗੇ। ਚਲੋ ਜੀ ਦਿਓ ਸਾਨੂੰ ਇਜਾਜ਼ਤ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਦੇ ਵਿੱਚ ਤੇ ਉਦੋਂ ਤੱਕ ਬਾਏ ਬਾਏ।